बिस्मिल्लाहिर्रहमानिर्रहीम। मेरी भैनों ते भराओ, ਬਜ਼ੁਰਗੋ ਤੇ ਜਵਾਨੋ ਔਰ ਸਾਰੇ ਤੱਕਣ ਵਾਲਿਆਂ ਨੂੰ ਤੇ ਸੁਣਨ ਵਾਲਿਆਂ ਨੂੰ ਮੇਰੀ ਤਰਫੋਂ ਜੀ ਆਇਆਂ ਨੂੰ ਤੇ ਅਸਲਾਮ ਅਲੈਕੁਮ। ਅੱਜ ਕੱਲ੍ਹ ਸਾਰੀ ਦੁਨੀਆ ਦੇ ਵਿੱਚ ਜਿਹੜਾ ਟਰੰਪ ਦਾ ਅਮਨ ਮੁਆਹਦਾ ਹੈ ਉਹਦੇ ਮੁਤਲਕ ਗੱਲ ਹੋ ਰਹੀ ਹੈ। ਇਹਦੇ ਵਿੱਚ ਮੁਸਲਮਾਨ ਮਾਲਕ ਵੀ ਸ਼ਾਮਲ ਨੇ ਤੇ ਉਹਦੇ ਵਿੱਚ ਪਾਕਿਸਤਾਨ ਵੀ ਸ਼ਾਮਲ ਹੈ। ਅਤੇ ਪਾਕਿਸਤਾਨ ਨੇ ਤਾਂ ਇਸ ਮੁਆਹਦੇ ਨੂੰ ਧੱਕੇ ਬਗੈਰ ਹੀ ਜਿਹੜਾ ਉਹ ਅਪਰੂਵ ਕਰਤਾ ਸੀ ਔਰ ਸਾਈਨ ਵੀ ਕਰ ਦਿੱਤੇ ਸਨ। ਲੇਕਿਨ ਜਿਸਲੇ ਪਾਕਿਸਤਾਨੀ ਵਫਦ ਪਾਕਿਸਤਾਨ ਆਇਆ ਅਤੇ ਉਹਨਾਂ ਨੇ ਆਪਣੇ ਆਵਾਮ ਨੂੰ ਫੁੱਦੂ ਲਾਉਣ ਵਾਸਤੇ ਇਹ ਕਹਿਣਾ ਸ਼ੁਰੂ ਕਰਤਾ ਕਿ ਇਹ ਤਾਂ ਉਹ ਅਮਨ ਮੁਆਹਦਾ ਹੈ ਹੀ ਨਹੀਂ ਜੇ ਤੇ ਅਸੀਂ ਦਸਤਖਤ ਕੀਤੇ ਨੇ। ਇਹ ਤਾਂ ਜਿਹੜਾ ਇਸਰਾਈਲ ਕਹਿਣ ਦੇ ਉੱਤੇ ਮੁਆਹਦੇ ਵਿੱਚ ਹੋਰ ਸ਼ਿੱਕਾਂ ਪਾਤੀਆਂ ਨੇ ਜਿਹੜੀਆਂ ਸਾਨੂੰ ਬਿਲਕੁਲ ਨਾਮਨਜ਼ੂਰ ਨੇ। ਇਹ ਤਾਂ ਮੁਆਹਦਾ ਉਹ ਹੈ ਹੀ ਨਹੀਂ ਜਿਹੜਾ ਅਸੀਂ ਜੇ ਤੇ ਸਾਈਨ ਕੀਤੇ ਨੇ। ਅਤੇ ਇਹ ਜਿਹੜੀ ਗੱਲ ਹੈ ਇਹ ਆਪਣੇ ਪਾਕਿਸਤਾਨ ਵਿੱਚ ਕਰ ਰਹੇ ਨੇ। ਟਰੰਪ ਨੂੰ ਨਹੀਂ ਕਹਿੰਦੇ ਕਿ ਬਈ ਇਹ ਤਾਂ ਉਹ ਮੁਆਹਦਾ ਹੀ ਨਹੀਂ, ਇਸਰਾਈਲ ਨੂੰ ਤਾਂ ਕਹਿੰਦੇ ਹੀ ਨਹੀਂ ਕੁਛ ਵੀ। ਔਰ ਜਿਹੜੇ ਨੇ ਆਪਣੇ ਥਾਂ ਜਿਹੜੇ ਨਾ ਲੋਕਾਂ ਨੂੰ ਖੁਸ਼ ਕਰਨ ਵਾਸਤੇ ਇਹ ਗੱਲਾਂ ਕਰੀ ਜਾਂਦੇ ਨੇ। ਉਧਰੋਂ ਹਮਾਸ ਹੈ, ਉਹਨੂੰ ਉਹਨਾਂ ਨੇ ਜਿਹੜਾ ਲੈਟਰ ਅਲਟੀਮੇਟਮ ਦਿੱਤਾ ਸੀ ਕਿ ਇਹਨੂੰ ਫਟਾਫਟ ਅਪਰੂਵ ਕਰੋ, ਨਹੀਂ ਤਾਂ ਮੈਂ ਤੁਹਾਡਾ ਜਿਹੜਾ ਨਾ ਮੈਂ ਆਰਡਰ ਕਰ ਦਿਆਂਗਾ ਔਰ ਜਿੰਨੇ ਵੀ ਜਿਹੜੇ ਹਮਾਸ ਦੇ ਲੋਕ ਨੇ ਉਹਨਾਂ ਨੂੰ ਮੈਂ ਜ਼ਮੀਨ ਦੇ ਵਿੱਚ ਉਹਨਾਂ ਦਾ ਕੱਖ ਨਹੀਂ ਰਹਿਣ ਦਿਆਂਗਾ ਔਰ ਸਾਰਿਆਂ ਨੂੰ ਜਿਹੜਾ ਨਾ ਢੂੰਡ ਕੇ ਉਹਨਾਂ ਨੂੰ ਮੈਂ ਖ਼ਤਮ ਕਰ ਦਿਆਂਗਾ। ਅਤੇ ਜਿਹੜੇ ਨੇ ਹਮਾਸ ਵਾਲੇ ਉਹ ਹੁਣ ਜਿਹੜੇ ਨੇ ਉਹ ਸੋਚਦੇ ਨੇ ਕਿ ਕੀ ਕਰੀਏ। ਅਖੀਰ ਉਹਨਾਂ ਨੇ ਮੰਨ ਹੀ ਲੈਣਾ। ਅਤੇ ਇਹਦੇ ਵਿੱਚ ਤਾਂ ਇਸਰਾਈਲ ਦੀ ਸਰਾਸਰ ਵਿਨ ਐਂਡ ਵਿਨ ਹੀ ਹੈ। ਅਤੇ ਮੈਂ ਇਹ ਦੱਸਣਾ ਇਹ ਚਾਹੁੰਦਾ ਵਾਂ ਕਿ ਜਿਹੜੇ ਨਾ ਇਸਰਾਈਲੀ ਜਾਂ ਯਹੂਦੀ ਨੇ ਜਿਹੜੇ ਉਹਨਾਂ ਨੇ ਟਰੰਪ ਦੇ ਉੱਤੇ ਪੂਰਾ ਕਬਜ਼ਾ ਕਰ ਲਿਆ ਦਾ। ਇਸ ਤੋਂ ਪਹਿਲੇ ਜਿੰਨੇ ਵੀ ਅਮਰੀਕਾ ਦੇ ਸਦਰ ਸਨ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹਨਾਂ ਨੇ ਐਸਾ ਜਿਹੜਾ ਤੁੰਨ ਕੇ ਰੱਖਿਆ ਦਾ ਸੀ ਕਿ ਉਹ ਇਸਰਾਈਲ ਦੀ ਮਰਜ਼ੀ ਦੇ ਬਗੈਰ ਕੋਈ ਗੱਲ ਕਹਿ ਹੀ ਨਹੀਂ ਸਨ ਸਕਦੇ, ਕੁਛ ਵੀ ਨਹੀਂ ਸਨ ਕਰ ਸਕਦੇ। ਅਤੇ ਇਹ ਮੈਨੂੰ ਉਹਨਾਂ ਦੀ ਜਿਹੜੀ ਹਾਲਤ ਦੇਖ ਕੇ ਮੈਂ ਅਮਰੀਕੀ ਅਤੇ ਦੂਏ ਜਿਹੜੇ ਈਸਾਈ ਮੁਲਕ ਨੇ ਉਹਨਾਂ ਦੀ ਹਾਲਤ ਦੇਖ ਕੇ ਮੈਨੂੰ ਇੱਕ ਕਹਾਵਤ ਯਾਦ ਆਉਂਦੀ ਹੈ ਕਿ ਇੱਕ ਆਦਮੀ ਸੀ, ਉਹ ਜਿਸਲੇ ਜਾ ਰਿਹਾ ਸੀ ਅਤੇ ਉਹਨੇ ਦੇਖਿਆ ਕਿ ਇੱਕ ਲੂਲਾ ਲੰਗੜ ਆਦਮੀ ਜਿਹਦੀਆਂ ਲੱਤਾਂ ਜਿਹੜੀਆਂ ਨੇ ਬਿਲਕੁਲ ਤਸਮੇ ਹਾਰ ਨੇ, ਬੂਟ ਦੇ ਤਸਮੇ ਆਂਗਰ, ਉਹ ਆਪੂ ਖਲੋ ਹੀ ਨਹੀਂ ਸਕਦਾ। ਅਤੇ ਉਹ ਜ਼ਮੀਨ ਤੋਂ ਚੁੱਕ ਕੇ ਨਾ ਅਤੇ ਫਲ ਪਿਆ ਖਾਂਦਾ ਸੀ। ਅਤੇ ਉਹਦੇ ਉੱਤੇ ਉਸ ਆਦਮੀ ਨੂੰ ਬੜਾ ਤਰਸ ਆਇਆ ਅਤੇ ਉਹਨੇ ਜਿਹੜਾ ਨਾ ਉਹਨੂੰ ਕਿਹਾ ਕਿ ਮੈਂ ਤੈਨੂੰ ਤਾਜ਼ੇ ਫਲ ਖਿਲਾਨਾ। ਅਤੇ ਉਹ ਕਹਿੰਦਾ ਨਹੀਂ, ਜਿਹੜਾ ਨਾ ਤੂੰ ਮੈਨੂੰ ਆਪਣੇ ਤੰਗਾੜੇ 'ਤੇ ਚੁੱਕ ਲੈ ਅਤੇ ਮੈਂ ਆਪੂ ਹੀ ਜਿਹੜਾ ਨਾ ਦਰਖਤਾਂ ਨਾਲ ਲਾ ਕੇ ਅਤੇ ਖਾਵਾਂਗਾ। ਉਹਨੇ ਤਰਸ ਖਾ ਕੇ ਉਹਨੂੰ ਸਿਰ 'ਤੇ ਆਪਣੇ ਮੋਢਿਆਂ 'ਤੇ ਬਿਠਾ ਲਿਆ ਔਰ ਉਸ ਜਿਹੜਾ ਅਪਾਹਜ ਆਦਮੀ ਸੀ ਜਿਹਦੀਆਂ ਲੱਤਾਂ ਜਿਹੜੀਆਂ ਨੇ ਤਸਮੇ ਹੰਗਰ ਸਨ, ਉਹਨੇ ਫੌਰਨ ਹੀ ਉਹਦੇ ਗਰਦਨ ਉੱਤੇ ਜਿਹੜੀ ਆਪਣੀ ਲੱਤਾਂ ਜਿਹੜੀਆਂ ਨੇ ਲਪੇਟ ਕੇ ਐਸਾ ਕੱਸਿਆ ਕਿ ਉਹ ਆਦਮੀ ਕਰਲਾਇਆ ਕਿ ਨਿਕਲ ਬਾਅਦ ਛੱਡ ਮੈਨੂੰ। ਲੇਕਿਨ ਉਹਨੇ ਨਹੀਂ ਛੱਡਿਆ ਔਰ ਉਹ ਸਾਰੀ ਉਮਰ ਉਹਨੂੰ ਜਿਹੜਾ ਨਾ ਗੁਲਾਮ ਹੀ ਬਣਾਈ ਰੱਖਿਆ। ਅਤੇ ਆਖਰਕਾਰ ਉਸ ਆਦਮੀ ਨੇ ਬੜਾ ਹੀ ਤੰਗ ਆਇਆ, ਬਥੇਰੇ ਯਤਨ ਕੀਤੇ, ਅਖੀਰ ਉਹਨੂੰ ਲਾ ਹੀ ਛੱਡਿਆ। ਅਤੇ ਇਹੋ ਹੀ ਹਾਲ ਜਿਹੜਾ ਇਸ ਵੇਲੇ ਅਮਰੀਕਾ ਦਾ ਕਿ ਅਮਰੀਕੀ ਜਿਹੜੇ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਯਹੂਦੀਆਂ ਨੇ ਐਸਾ ਕਬਜ਼ਾ ਕਰ ਲਿਆ ਦਾ ਕਿ ਹੁਣ ਉਹਨਾਂ ਨੂੰ ਲਾਉਣਾ ਹੀ ਮੁਸ਼ਕਿਲ ਹੋ ਗਿਆ ਦਾ। ਉਹਨਾਂ ਨੇ ਐਸੀਆਂ ਗੱਲਾਂ ਵੀ ਫੜ ਲਈ ਦੀਆਂ ਨੇ ਜਿਹਦੀ ਵਜ੍ਹਾ ਨਾਲ ਅਮਰੀਕੀ ਸਦਰ ਹੁਣ ਬਿਲਕੁਲ ਬੇਬਸ ਹੋ ਗਿਆ ਦਾ। ਅਤੇ ਟਰੰਪ ਦਾ ਵੀ ਇਹੀ ਹਾਲ ਹੈ।
ਲੇਕਿਨ ਟਰੰਪ ਜਿਹੜਾ ਨਾ ਉਹਦੇ ਕੋਲ ਕੁਛ ਵੀ ਜਿਹੜਾ ਨਾ ਬਈਦ ਨਹੀਂ, ਤੇ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਲਾ ਲੈਣਾ ਔਰ ਫਿਰ ਇਹਨਾਂ ਦੀ ਚਤਰੋਲ ਕਰਨੀ ਹੈ। ਤੇ ਨਾਜ਼ਰੀਨ ਇਕਰਾਮ ਜਿਹੜੇ ਤੱਕਣ ਵਾਲੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਸਲਾਮ। ਤੇ ਮੈਂ ਤੁਹਾਨੂੰ ਦੱਸਣਾ ਕਿ ਕੁਰਾਨ ਕਰੀਮ ਨੇ ਇਹਦੇ ਬਾਰੇ 'ਚ ਕੀ ਕਿਹਾ ਹੈ ਕਿ ਇਹ ਜੋ ਬਨੀ ਇਸਰਾਈਲ ਹੈ ਇਹਦੇ ਬਾਰੇ ਵਿੱਚ ਕੁਰਾਨ ਕਰੀਮ ਕੀ ਕਹਿ ਰਿਹਾ ਹੈ। ਤੇ ਕੁਰਾਨ ਕਰੀਮ ਇਹ ਕਹਿ ਰਿਹਾ ਹੈ ਕਿ ਇਹ ਜਿਹੜੇ ਈਸਾਈ ਨੇ, ਇਹ ਜਿਹੜੇ ਯਹੂਦੀ ਨੇ, ਇਹ ਅੱਲਾਹ ਤਾਲਾ ਦੀ ਇੱਕ ਬਹੁਤ ਪਿਆਰੀ ਕੌਮ ਸੀ ਮੂਸਾ अलैहिस्सलाम ਦੇ ਵਕਤ। ਲੇਕਿਨ ਇਹਨਾਂ ਨੇ ਖੁਦਾ ਦੇ ਹਕਾਮ ਦੀ ਜਿਹੜੀ ਨਾਫਰਮਾਨੀ ਕੀਤੀ ਔਰ ਜ਼ੁਲਮ ਕੀਤਾ। ਤੇ ਇਸ ਵਾਸਤੇ ਅੱਲਾ ਨੇ ਉਹਦੇ ਉੱਤੇ ਐਸਾ ਇੱਕ ਆਦਮੀ ਭੇਜਿਆ, ਬਖਤ ਨਜ਼ਰ ਦਾ ਨਾਂ ਸੀ, ਬਾਦਸ਼ਾਹ। ਉਹਨਾਂ ਨੇ ਆ ਕੇ ਇੰਨਾ ਇਹਨਾਂ ਨੂੰ ਮਾਰਿਆ ਤੇ ਕੁੱਟਿਆ, ਇੰਨੀ ਛਤਰੋਲ ਕੀਤੀ ਕਿ ਇਹ ਸਾਰੇ ਫਲਸਤੀਨ ਤੋਂ ਨੱਸ ਕੇ ਸਾਰੇ ਦੁਨੀਆ 'ਚ ਜਲਨ ਫੈਲ ਗਏ ਔਰ ਸਿਰਫ 2 ਕਬੀਲੇ ਜਿਹੜੇ ਸਨ ਨਾ ਉਹ ਰਹਿ ਗਏ। ਤੇ ਇੰਨਾ ਜ਼ੁਲਮ ਕੀਤਾ ਕਿ ਇਹਨਾਂ ਦੇ ਸਾਰੇ ਸਿਨਾਗੋਗ ਤੋੜ ਕੇ ਰੱਖ ਦਿੱਤੇ। ਇਹਨਾਂ ਦੀ ਬਾਈਬਲ ਨੂੰ ਯਾਨੀ ਤੌਰਾਤ ਨੂੰ ਸਾੜ ਦਿੱਤਾ। ਦੁਨੀਆ ਵਿੱਚ ਇੱਕ ਕਾਪੀ ਨਹੀਂ ਰਹਿਣ ਦਿੱਤੀ ਇਹ ਤੌਰਾਤ ਦੀ, ਸਾਰੀਆਂ ਸਾੜ ਛੜੀਆਂ। ਤੇ ਫਿਰ ਅੱਲਾਹ ਤਾਲਾ ਨੇ ਇਹਨਾਂ 'ਤੇ ਫਜ਼ਲ ਕੀਤਾ। ਇੱਕ ਜਿਹੜਾ ਨਾ ਨਬੀ ਆਇਆ ਹਜ਼ਰਤ ਉਜ਼ੈਰ अलैहिस्सलाम, ਉਹਨਾਂ ਨੇ ਆ ਕੇ ਦੁਬਾਰਾ ਜਿਹੜੀ ਹੈ ਉਹ ਤੌਰਾਤ ਲਿਖੀ ਆਪਣੇ ਹਾਫਜ਼ੇ ਦੇ ਨਾਲ। ਉਹ ਅਸਲੀ ਤੌਰਾਤ ਨਹੀਂ ਸੀ ਜਿਹੜੀ ਕਿ ਮੂਸਾ अलैहिस्सलाम 'ਤੇ ਅੱਲਾ ਨੇ ਨਾਜ਼ਲ ਕੀਤੀ। ਤੇ ਉਜ਼ੈਰ अलैहिस्सलाम ਨੇ ਕਿਹਾ ਕਿ ਮੈਂ ਤਾਂ ਆਪਣੇ ਵੱਲੋਂ ਲਿਖ ਛੜੀ ਹੈ, ਜਿਹੜਾ ਵੀ ਮੈਨੂੰ ਅੱਲਾਹ ਤਾਲਾ ਨੇ ਦੱਸਿਆ ਤੇ ਮੈਂ ਆਪਣੇ ਹਾਫਜ਼ੇ ਨਾਲ ਲਿਖ ਛੜੀ ਹੈ। ਅਸਲੀ ਬਾਈਬਲ ਉਹ ਹੀ ਹੋਏਗੀ ਜਿਹੜੀ ਈਸਾ ਜਿਹੜੇ ਨੇ अलैहिस्सलाम ਆਉਣਗੇ ਤੇ ਉਹ ਆ ਕੇ ਦੱਸਣਗੇ। ਤੇ ਫਿਰ ਜਿਸਲੇ ਈਸਾ अलैहिस्सलाम ਆਏ ਤੇ ਫਿਰ ਇਸ ਜਿਹੜੇ ਨੇ ਜਿਹੜੇ ਯਹੂਦੀ ਨੇ ਇਹ ਤੇ ਬਿਲਕੁਲ ਫਿਰ ਜ਼ਾਲਮ ਬਣ ਚੁੱਕੇ ਸਨ। ਉਹਨਾਂ ਨੇ ਆ ਕੇ ਤੇ ਜਿਹੜਾ ਨਾ ਈਸਾ अलैहिस्सलाम ਤੇ ਉਹਨਾਂ ਨੂੰ ਮੰਨਣ ਵਾਲਿਆਂ ਨਾਲ ਉਹ ਜ਼ੁਲਮ ਕੀਤਾ। ਈਸਾ अलैहिस्सलाम ਨੂੰ ਸੂਲੀ 'ਤੇ ਚਾੜ ਦਿੱਤਾ। ਤੇ ਫਿਰ ਅੱਲਾਹ ਤਾਲਾ ਨੇ ਇਹਨਾਂ 'ਤੇ ਫਿਰ ਇੱਕ ਜਿਹੜਾ ਰੋਮਨ ਬਾਦਸ਼ਾਹ ਜਿਹੜਾ ਕਲੌਡੀਅਸ ਸੀ, ਉਹਨੂੰ ਐਂਪਰਰ ਕਲੌਡੀਅਸ ਕਹਿੰਦੇ ਨੇ, ਉਹਨੇ ਫਿਰ ਇਹਨਾਂ ਦੀ ਉਹ ਛਤਰੋਲ ਕੀਤੀ, ਇੰਨੀ ਛਤਰੋਲ ਕੀਤੀ ਕਿ ਇਹਨਾਂ ਦਾ ਕੱਖ ਨਹੀਂ ਰਹਿਣ ਦਿੱਤਾ। ਤੇ ਕੁਰਾਨ ਨੇ ਵਿੱਚ ਦੱਸਿਆ ਕਿ ਅਸੀਂ ਤੁਹਾਡੇ ਵਾਸਤੇ 2 ਵਾਰੀ ਜਿਹੜਾ ਹੈ ਉਹ ਖੁਦਾ ਨੇ ਤੁਹਾਡੇ 'ਤੇ ਫਜ਼ਲ ਕੀਤਾ, ਲੇਕਿਨ ਤੁਸੀਂ ਫਿਰ ਵੀ ਬਾਜ਼ ਨਹੀਂ ਆਏ। ਤੇ ਹੁਣ ਤੀਸਰੀ ਵਾਰੀ ਅੱਲਾਹ ਤਾਲਾ ਇਹਨਾਂ ਨੂੰ ਸਾਰੀ ਦੁਨੀਆ ਤੋਂ ਇਕੱਠਾ ਕਰਕੇ ਫਿਰ ਇੱਕ ਜਗ੍ਹਾ ਇਕੱਠਾ ਕਰੇਗਾ। ਔਰ ਅਗਰ ਇਹ ਫਿਰ ਉਹਨਾਂ ਨੇ ਇਹੋ ਜਿਹੀ ਹਰਕਤਾਂ ਕੀਤੀਆਂ ਤੇ ਹੁਣ ਇਹਨਾਂ ਨੂੰ ਖੁਦਾ ਉਹ ਸਜ਼ਾ ਦੇਗਾ ਤੇ ਨਾਲ ਇਹਨਾਂ ਦੇ ਸਹੂਲਤਕਾਰਾਂ ਨੂੰ ਵੀ ਉਹ ਸਜ਼ਾ ਦੇਗਾ ਕਿ ਇਹ ਕਿਆਮਤ ਤੱਕ ਜਿਹੜਾ ਨਾ ਇਹ ਕਦੀ ਵੀ ਉੱਠ ਸਕਣਗੇ ਹੀ ਨਹੀਂ। ਤੇ ਨਾਜ਼ਰੀਨ ਇਕਰਾਮ ਇਹ ਦੇਖ ਲਓ ਕਿ ਇਸ ਲਈ ਜਿਹੜਾ ਨਾ ਇਹ ਵਕਤ ਬਿਲਕੁਲ ਕਰੀਬ ਜੇ। ਔਰ ਇਹ ਜਿਹੜਾ ਨਾ ਕੁਰਾਨ ਕਰੀਮ ਦੀ ਹੁਣ ਪੇਸ਼ਗੋਈ ਆਉਣ ਨੂੰ ਜਿਹੜਾ ਨਾ ਬਿਲਕੁਲ ਸਮਝ ਲਓ ਕਿ ਸਿਰ 'ਤੇ ਖਲੋਤੀ ਹੈ। ਔਰ ਜਿਹੜਾ ਨਾ ਇਹਦੇ ਨਾਲ ਜਿਹੜਾ ਇਹਨਾਂ ਨੇ ਟਰੰਪ ਨੂੰ ਵੀ ਲੈ ਡੁੱਬਣਾ। ਬਸ ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸਾਂ। ਤੇ ਬਾਕੀ ਹੁਣ ਮੇਰੀ ਵੱਲੋਂ ਤੁਹਾਨੂੰ ਰੱਬ ਰਾਖਾ ਤੇ ਅਸਲਾਮ ਅਲੈਕਮ।